ਬੱਚਾ ਹੀ ਤੁਹਾਡੇ ਕੋਲ ਪੁੱਛ ਲੈਂਦਾ ਤੁਹਾਡਾ ਉਹ ਰਾਜ ਕਿਹੜਾ ਸੀ, ਰੋਜ਼ ਅਰਦਾਸ ਕਰਦੇ ਹੋ ਕਿ ਵੀ ਉਹ ਅਰਦਾਸ ਦੇ ਵਿੱਚ ਕਹਿੰਦੇ ਹੋ ਰਾਜ ਕਰੇਗਾ ਖਾਲਸਾ, ਕਿੱਥੇ ਕਰੇਗਾ ਰਾਜ ਖਾਲਸਾ? ਪਹਿਲੇ ਰਾਜ ਕਿੱਥੇ ਸੀ ਉਹ ਦੱਸੋ ਨਾ ਤੁਸੀਂ, ਫਿਰ ਹੀ ਅਗਲਾ ਐਵੀਡੈਂਸ ਦਿਓਗੇ ਨਾ ਕਿ ਰਾਜ ਕਰੇਗਾ ਖਾਲਸਾ। ਐਵੀਡੈਂਸ ਜਦੋਂ ਪਿਛਲੇ ਕਲੂ ਤੁਹਾਨੂੰ ਖੁਦ ਨਹੀਂ ਪਤਾ, ਤੁਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਦੱਸੋਗੇ? ਕਿਉਂਕਿ ਇਤਿਹਾਸ ਤਾਂ ਖਤਮ ਹੋ ਗਿਆ। ਅਫਸੋਸ ਕਿ ਦੋਵਾਂ ਮੁਲਕਾਂ ਦੇ ਵਿੱਚ ਜਾਰੀ ਜਿਹੜੀ ਕਸ਼ਮਕਸ਼ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਮੈਂ ਕਹਾਂਗਾ ਜਿਸ ਕੌਮ ਦਾ ਨੁਕਸਾਨ ਹੋਇਆ ਤੇ ਪੰਜਾਬੀ ਕੌਮ ਦਾ ਹੋਇਆ। ਅਗਰ ਵੰਡ ਵੀ ਪਈ ਹੈ ਤੇ ਪੰਜਾਬ ਹੀ ਵੰਡਿਆ ਗਿਆ, ਕੋਈ ਪ੍ਰੋਵਿੰਸ ਨਹੀਂ ਵੰਡਿਆ ਗਿਆ। ਜਿੰਨੀਆਂ ਜੰਗਾਂ ਹੋਈਆਂ ਦੋਵਾਂ ਮੁਲਕਾਂ ਦੇ ਦਰਮਿਆਨ ਸਾਰੀ ਲੜਾਈ ਪੰਜਾਬ ਦੀ ਹੈ। ਐਤਕੀ ਅਸੀਂ ਆਵਾਜ਼ ਚੁੱਕੀ ਸੀ ਕਿ ਰੱਬ ਦੇ ਘਰ 'ਚ ਬੈਠਣਾ ਸੀ, ਆਵਾਜ਼ ਚੁੱਕੀ ਸੀ ਕਿ ਐਤਕੀ ਨੋ ਵਾਰ ਇਨ ਪੰਜਾਬ। ਜਾਓ ਜਾ ਕੇ ਸਿੰਧ 'ਚ ਲੜੋ, ਜਾਓ ਜਾ ਕੇ ਕਸ਼ਮੀਰ ਦੀ ਲੜਾਈ ਕਸ਼ਮੀਰ 'ਚ ਲੜੋ। ਕਿਉਂ ਸਾਨੂੰ ਤੁਸੀਂ ਤੰਗ ਕਰਦੇ ਹੋ ਪੰਜਾਬੀਆਂ ਨੂੰ? ਪੰਜਾਬੀ ਨਹੀਂ ਚਾਹੁੰਦੇ, ਹੋਰ ਬਟਵਾਰੇ ਨਹੀਂ ਚਾਹੁੰਦੇ, ਲੜਾਈ ਨਹੀਂ ਚਾਹੁੰਦੇ ਸੀ ਆਪਸ ਦੇ ਵਿੱਚ। ਇਹ ਜੀ ਗੁਰਦੁਆਰਾ ਬਾਰਾਦਰੀ ਕੁਰੀ ਸ਼ਹਿਰ ਇੱਕ ਛੋਟਾ ਜਿਹਾ ਸ਼ਹਿਰ ਸੀ ਸਰਦਾਰਾਂ ਦਾ, ਅਤੇ ਇਹਦੇ ਬਾਹਰ ਵੀ ਇਹ ਜਿਹੜਾ ਤੁਹਾਨੂੰ ਛੋਟਾ ਜਿਹਾ ਦਰਬਾਰ ਨਜ਼ਰ ਆਉਂਦਾ ਪਿਆ, ਇਸ ਦੇ ਨਾਮ ਹੈ 10 ਏਕੜ ਦੀ ਲੈਂਡ ਜਿਹੜੀ ਹੈ, ਚਾਰੋਂ ਪਾਸੇ 10 ਤੋਂ 12 ਏਕੜ ਲੈਂਡ ਖਾਲੀ ਹੈ। ਔਰ ਇਹਦੇ ਨਾਲ ਇੱਕ ਛੋਟੀ ਜਿਹੀ ਨਦੀ ਜਾਂਦੀ ਹੈ ਜਿੱਥੇ ਲੋਕ ਵਿਸਾਖੀ ਮਨਾਉਂਦੇ ਸਨ। ਨਾਲ ਖੂਹ ਹੈ ਸਰਦਾਰਾਂ ਦਾ ਬਣਾਇਆ ਹੋ, ਉਹ ਵੀ ਅੱਜ ਹੈ। ਕੁਝ ਸੈਕਿੰਡ ਸਿੱਖਿੰਗ ਵੀ ਵਾਰ ਦਾ ਇੱਕ ਮੋਨੂਮੈਂਟ ਸੀ, ਉਹ ਮੈਂ ਲੱਭਣ ਨਹੀਂ ਗਿਆ, ਖਤਮ ਹੋ ਗਿਆ। ਲੇਕਿਨ ਲੋਕ ਅੱਜ ਵੀ ਯਾਦ ਕਰਦੇ ਨੇ ਇਸ ਜਗ੍ਹਾ ਦੇ ਬਾਰੇ 'ਚ। ਪਿੱਪਲ ਨਜ਼ਰ ਆ ਰਿਹਾ ਇੱਕ ਛੋਟਾ ਜਿਹਾ, ਇਹਦੇ ਤੋਂ ਥੋੜ੍ਹੀ ਜਿਹੀ ਕਨਫਿਊਜ਼ਨ ਪੈਦਾ ਹੋਈ ਜਦੋਂ ਮੈਂ ਇੱਕ ਦਿਨ ਇਹਦੀ ਪੋਸਟ ਪਾਈ ਅਤੇ ਲੋਕਾਂ ਨੇ ਮੈਨੂੰ ਕਿਹਾ ਪਿੱਪਲ ਹੈ ਅਤੇ ਮੰਦਿਰ ਹੋਏਗਾ। ਮੈਂ ਕਿਹਾ ਮੰਦਿਰ ਦੇ 4 ਦਰਵਾਜ਼ੇ ਨਹੀਂ ਹੁੰਦੇ। ਇੱਕ ਦੂਸਰਾ ਹੈ ਕਿ ਉਹਦੇ ਮੰਦਿਰ ਦੇ ਚਾਰੋਂ ਪਾਸੇ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਨਹੀਂ ਬਣਾਈਆਂ ਜਾਂਦੀਆਂ। ਇਹਦੀ ਲੋੜ ਕਿਉਂ ਪਈ ਗੁਰੂ ਘਰ ਦੀ? ਰਾਵਲਪਿੰਡੀ ਸ਼ਹਿਰ ਦੇ ਵਿੱਚ 12 ਇਤਿਹਾਸਿਕ ਮੌਜੂਦ ਨੇ, ਮਰੀ ਦੇ ਵਿੱਚ ਵੀ ਗੁਰੂ ਘਰ ਹੈ। ਅਸਲ ਵਿੱਚ ਰਸਤਾ ਜਿਹੜਾ ਗੁਜ਼ਰਦਾ ਸੀ, ਜਿਸ ਤਰ੍ਹਾਂ ਕਿ ਅੱਜ ਵੀ ਇਹ ਪ੍ਰੈਕਟਿਸ ਮੈਂ ਪਹਿਲੇ ਵੀ ਦੇਖੀ ਪਾਰਟੀਸ਼ਨ ਤੋਂ ਪਹਿਲੇ, ਕਿ ਵੱਡੇ ਸ਼ਹਿਰਾਂ ਦੇ ਦਰਮਿਆਨ 'ਚ ਕਿਤੇ ਨਾ ਕਿਤੇ ਗੁਰੂ ਘਰ ਬਣਾ ਦਿੱਤਾ ਜਾਂਦਾ ਸੀ ਕਿ ਰਾਹ ਜਾਂਦੇ ਮੁਸਾਫਰ ਜਿਹੜੇ ਨੇ ਪਹਿਲੇ ਦੇ ਮੱਥਾ ਟੇਕਣ, ਉਸ ਤੋਂ ਬਾਅਦ ਗੁਰੂ ਘਰ ਲੰਗਰ ਵੀ ਛਕ ਕੇ ਜਾਣਾ। ਸੇਵਾ ਹੈ ਨਾ, ਸੇਵਾ ਕਿਤੇ ਵੀ ਕੀਤੀ ਜਾ ਸਕਦੀ ਹੈ। ਬਾਬਾ ਖੇਮ ਸਿੰਘ ਬੇਦੀ ਮਹਿਲ, ਇਹ ਮਹਿਲ ਜੀ ਪਾਕਿਸਤਾਨ ਕੋਲ ਇੱਕ ਨਾਯਾਬ ਚੀਜ਼ ਹੈ। ਨਾਰਥ ਵੈਸਟ ਪੰਜਾਬ ਦੇ ਅੰਦਰ ਰਾਵਲਪਿੰਡੀ ਤੋਂ ਅਗਰ 23 km ਤੁਸੀਂ ਈਸਟ ਵਾਲੀ ਸਾਈਡ 'ਤੇ ਜਾਂਦੇ ਹੋ ਅਤੇ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਬਾਬਾ ਖੇਮ ਸਿੰਘ ਬੇਦੀ ਜੀ ਦਾ ਮਹਿਲ ਮਿਲਦਾ ਹੈ। ਰਾਈਟ ਸਾਈਡ 'ਤੇ ਉਹਨਾਂ ਦੀ ਬੇਟੀ ਦੀ ਤਸਵੀਰ ਹੈ, ਲੈਫਟ ਸਾਈਡ ਦੇ ਉੱਤੇ ਇੱਕ ਕੋਰਟ ਦੀ ਤਸਵੀਰ ਜੀ ਪੁੱਠੀ ਹੋ ਗਈ ਹੈ, ਕੁਛ ਅਦਾਲਤ ਸੀ ਉਹਨਾਂ ਦੀ ਜੀ। ਇਹ ਹੈ ਜੀ ਉਸ ਵਕਤ ਦੇ ਜਿਹੜੇ ਪੰਜਾਬੀ ਯੋਧੇ ਨੇ ਉਹਨਾਂ ਦੀ ਡਰੈਸਿੰਗ ਕੀ ਸੀ, ਉਹ ਪ੍ਰੈਜ਼ੈਂਟ ਕਿਸ ਤਰ੍ਹਾਂ ਹੁੰਦੇ ਸੀ। ਅੱਜ ਮੈਂ ਦੇਖਦਾ ਵਾਂ ਇੰਟਰਨੈਟ ਦੇ ਉੱਤੇ ਜਾਂ ਕੋਈ ਲਿੰਕਸ ਜਿਹੜੇ ਮੈਨੂੰ ਮਿਲਦੇ ਨੇ, ਉਹਨਾਂ ਵਿੱਚ ਜਿਹੜੀ ਖਾਲਸਾ ਆਰਮੀ ਹੈ ਉਹਨਾਂ ਦਾ ਯੂਨੀਫਾਰਮ ਬੜਾ ਅਜੀਬੋ-ਗਰੀਬ ਕਿਸਮ ਦਾ ਦਿਖਾਇਆ ਜਾਂਦਾ ਹੈ। ਇਹ ਰੀਅਲ ਪੇਂਟਿੰਗ ਹੈ, ਓਰੀਜਨਲ ਹੈ, ਇਹ ਸਰਦਾਰਾਂ ਦੀ ਹਵੇਲੀ ਦੀ ਹੈ। ਇਹ ਸਾਡੀ ਨਹੀਂ, ਨਾ ਅਸੀਂ ਬਣਾਈ ਹੈ ਮੁਸਲਮਾਨਾਂ ਨੇ, ਨਾ ਸਾਨੂੰ ਉਹਦਾ ਪਤਾ ਹੈ। ਇਤਿਹਾਸ ਇੰਨਾ ਪਤਾ ਕਿ 150 ਸਾਲ ਪੁਰਾਣੀ ਹੈ। ਫੌਰਨ ਖਾਲਸਾ ਜੀ ਦਾ ਡਾਊਨਫਾਲ ਤੋਂ ਬਾਅਦ ਬ੍ਰਿਟਿਸ਼ ਅੰਪਾਇਰ ਦੇ ਅੰਦਰ ਜਿਹੜੀ ਬਣਨ ਵਾਲੀ ਬਾਬਾ ਖੇਮ ਸਿੰਘ ਬੇਦੀ ਦੀ ਜਿਹੜੀ ਹਵੇਲੀ ਹੈ, ਇਹ ਉਹਦੇ ਅੰਦਰ ਤਕਰੀਬਨ 100 ਤੋਂ ਜ਼ਿਆਦਾ ਚਿੱਤਰਕਾਰੀ ਦੀਵਾਰਾਂ ਦੇ ਉੱਤੇ ਕੀਤੀ ਹੋਈ ਹੈ ਓਰੀਜਨਲ ਹਾਲਤ ਦੇ ਵਿੱਚ। ਇਹਨੂੰ ਕਿਸੇ ਨੇ ਕੋਈ ਰੀਟੱਚ ਨਹੀਂ ਕੀਤਾ ਹੋਇਆ। ਤੁਸੀਂ ਦੇਖ ਸਕਦੇ ਹੋ, ਕਲਰ ਤੋਂ ਤੁਸੀਂ ਪਹਿਚਾਣ ਸਕਦੇ ਹੋ। ਰਾਈਟ ਸਾਈਡ 'ਤੇ ਅਗਰ ਤੁਸੀਂ ਦੇਖੋ ਯੋਧੇ ਦੇ, ਤੇ ਇੱਥੇ ਬਾਜ਼ੂ ਦੇ ਉੱਤੇ ਜਿਹੜਾ ਬਿੱਲਾ ਲੱਗਾ ਹੈ ਉਹ ਸ਼ੇਰਾਂ ਦਾ ਬਾਗ, ਸ਼ੇਰ ਸਿੰਘ ਦੀ ਬਾਰਾਦਰੀ, ਠੀਕ ਹੈ ਜੀ। ਔਰ ਪੰਜਾਬੀ ਸੂਰਮਿਆਂ ਨੂੰ ਵੀ ਕਹਿੰਦੇ ਨੇ ਕਿ ਫਲਾਣਿਆਂ ਸ਼ੇਰਾ, ਉਹ ਐਵੇਂ ਨਹੀਂ ਸੀ ਕਿਹਾ ਜਾਂਦਾ, ਇਹਦੇ ਬਕਾਇਦਾ ਸਾਈਨ ਜਿਹੜੇ ਨੇ ਉਹ ਮੌਜੂਦ ਨੇ ਹਲੇ ਤੱਕ। ਧੁਰੇ ਵਾਲੀ ਬਾਗ ਤੁਸੀਂ ਦੇਖੋ, ਇਹਦੇ ਵਿੱਚ ਸਰਦਾਰ ਦੇ ਸਿਰ 'ਤੇ ਧੁਰੇ ਵਾਲੀ ਬਾਗ ਹੈ। ਨਾਰਥ ਵੈਸਟ ਪੰਜਾਬ ਦੀ ਜਿਹੜੀ ਪਹਿਚਾਣ ਸੀ, ਜਿਹੜੇ ਸਰਦਾਰ ਉੱਥੇ ਸਨ, ਇੱਕ ਬੰਦਾ ਮੈਨੂੰ ਮਿਲਿਆ ਮੈਂ ਪੂਰਾ ਅਮਰੀਕਾ ਘੁੰਮਿਆ, ਉੱਥੇ ਇੱਕ ਬੰਦੇ ਨੇ ਧੁਰੇ ਵਾਲੀ ਪੱਗ ਬੰਨੀ ਹੋਈ ਸੀ। ਮੈਂ ਸਰਦਾਰ ਜੀ ਤੁਸੀਂ ਨਾਰਥ ਵੈਸਟ ਪੰਜਾਬ ਦੇ ਨਹੀਂ? ਉਹ ਕਹਿੰਦਾ ਪੁੱਤਰ ਮੈਂ ਰਾਵਲਪਿੰਡੀ ਦਾ ਆਣਾ ਜੀ। ਅਤੇ ਮੈਂ ਕਿਹਾ ਦੇਖ ਲਓ ਮੈਂ ਤੁਹਾਨੂੰ ਪਹਿਚਾਣ ਲਿੱਤਾ। ਕਹਿੰਦਾ ਕਿਸ ਤਰ੍ਹਾਂ? ਮੇਰੇ ਧੁਰੇ ਤੋਂ ਪਹਿਚਾਣਿਆ ਹੋਏਗਾ, ਹੱਥ 'ਚ ਲਾਠੀ ਫੜੀ ਹੈ ਔਰ ਨਵਾਬੀ ਟੋਰ ਹੈ ਉਹਨਾਂ ਦੀ, ਜਿਹੜੇ ਉਹ ਰਾਵਲਪਿੰਡੀ ਵਾਲੇ ਨੇ ਅੱਜ ਵੀ। ਉਸ ਵੇਲੇ ਜਿਹੜੀਆਂ ਆਪਣੀਆਂ ਕੋਰ ਭੈਣਾਂ ਸਨ, ਉਹਨਾਂ ਦੇ ਡਰੈਸਿਸ ਕੀ ਸਨ? 150 ਸਾਲ ਪਹਿਲੇ ਕਿਸ ਤਰੀਕੇ ਨਾਲ ਚੁੰਨੀ ਸਵਾਰ ਕੇ ਲੈਣਾ, ਬੈਠਣਾ, ਉਹ ਪੂਰਾ ਆਰਟ ਕਰਕੇ ਉਸ ਹਵੇਲੀ ਦੇ ਅੰਦਰ ਦੱਸਿਆ ਗਿਆ ਕਿ ਵੀ ਇਹ ਡਰੈਸਿਸ ਜਿਹੜਾ ਸੀ ਉਹ ਪੰਜਾਬੀ ਔਰਤਾਂ। ਖਾਲਸਾ ਹਾਈ ਸਕੂਲ ਵਿਲੇਜ ਬਸਾਲੀ, ਜਿਸ ਤਰ੍ਹਾਂ ਬੰਦਾ ਬਸਾਲੀ, ਦੇਵੀ, ਦਾਦਾ,
गल की तो बसाली के अंदर भी एक बड़ी खास चीज़ है कि इत्थे भी सरदारां की कोई हवेली नहीं है। बड़े नामवर अमीर सरदार हुए ने पर हवेली कोई नहीं। स्कूल पक्का, राह पक्का, खूह पक्के और पानी के बन पक्के जिन्हों तो पब्लिक है, यानी कि पब्लिक सर्विसिज जड़ियाँ सारियां पक्कियां अपने घर बच्चे। क्यों ना मेरे वर्गे बंदे उठ के ते रिसर्च करना इस चीज़ के उत्ते। ये गलत फहमियां जड़ियाँ पाइयां गई ने, इन्हों कौन दूर करेगा? हथ बढ़ाओ एक दूजे का और इन्हों चीज़ों अगे लैके आओ कि साडा पंजाबी कौम का आपस के कोई भी सानू किसी नाल कोई नहीं है। साढ़े तो पंजाबी लाहौर के सरदार आ जाए तो तुहानू पता है कि रेलवे स्टेशन को लैके जो उन्हें डेरा साहब तक जाना होंदा तो वह टुरना मुश्किल होंदा है। जोड़े लोग पाकिस्तान गए ने उन्होंने ना पता है, लेकिन होवे अमृतधारी सिख तो उन्होंने पता लगेगा कि मैं कि अपने गुरु धरती पर आया तो मेरी की वैल्यू है। पूरे पाकिस्तान में सारी गड्डियां रोकिया जाती, जिस सरदार बैठा होंदा उसकी गड्डी नहीं रोकी जाती। विलेज बसाली के अंदर बनाया होया ये नहाने वाला तालाब है, सरोवर नहीं है, ये बारिश का पानी इकट्ठा होंदा दे अंदर। और ये अंदर एक छोटी जी जगह है, वो एक सरदार के नाम की प्लेट 1915 की लगी, कौनकाट तो बाद सरदार का नाम, और 1915 के सेवा की गई है। राह जाते लोगों वास्ते बनाया है और वो पौना भी सैपरेट करके बनाया है। फीमेल बाथ जोड़ा है वो भी बनया हुआ और अज तक बनया, हालांकि उत्ते फीमेल बाथ कोई नहीं लैंदी हूँ, लेकिन किसी को भी उन्होंने चीज़ों को प्रॉब्लम कोई नहीं है। खुद टुट जाए तो टुट जाए, खत्म हो जाए तो हो जाए। एक उस ही पिंड के बसाली पिंड के अंदर अगर जाते ओबराय फैमिली जी है खुद कितने रही है, रावलपिंडी। सेवा कितने की है? बसाली टाउन के आके या पिंड के अंदर आके, कस्बे के अंदर आके, कि उतों किसी ने क्या होएगा कि साढ़ा खूह नहीं है। तो अज भी पूरे पिंड का कहते हैं पानी सुक जाता, लेकिन सरदारां के खूह का पानी जोड़ा नहीं सुकता। ये नाल बड़ा तालाब है, फिर उत्थे कमाई कपड़े धोए, नाल एक माई अपने नवारी मझां नूं मैं पूछा कि कहती पुत्त की कर रहा? मैं कि मैं फिल्म बना रहा। कहती तेन पता किन्ने बनाया? मैं सरदारां ने बनाया। कहती पुत्तर उदों जो बनाया सी ते असीं दुपट्टे रख के तो पानी भी पींदे सी इहदे च, अजकल तो पानी खराब हो गया था। मैं कहा हुण की कर? कहते नहाने धोने नाले डंगरां नूं नवाने। मैं कहा याद, कहते क्यों नहीं, असीं ते अज भी दुआ करने कि जिहड़े बना के गए ने रब उन्हां दा भला करे। पिंड बंदा गल समझ आ रही होगी तुहानूं कि एक मुसलमाना ने बनाया दरबार और सिखों ने बनाई है समाध। इस सेम स्टोरी हुई है बाबा गुरु नानक साहब वाली। इन जदों ये दुनिया तो चले गए तो इन्हों की डैड बॉडी किसी ने नहीं मिली, चादर ही मिली सी। और फिर चादर के 2 हिस्से करके एक का संस्कार किया और एक की जगह के उत्ते मुसलमानों ने दरबार बनाया। 47 तो बाद लड़ाइयाँ भी मुक्कियां, सारा कुछ खत्म, उजड़िया पाया दरबार भी और नाल ही जी समाध है। दोनों चीज़ां तुसीं देख लो कि ना कोई पेंट है ना कुछ है, स्याह काले गुंबद ने बिल्कुल। गुरुद्वारा भाई बनू मांगट डिस्ट्रिक्ट गुजरात पाकिस्तान के अंदर चिनाब रिवर के कंढे के उत्ते एक शहर है जिन्हों के गुजरात कहा जाता है। कोई दसेगा कि इस गुरु घर की जी शेप है वो किहड़े गुरु घर नाल मिलती है? बहुत आसान है। मैं कहूँगा कि हर गुरसिख को पता है कि दरबार साहिब की हरमिंदर की बिल्कुल डुप्लीकेट है। ये महाराजा रणजीत सिंह ने बनवाया सी और इसकी वैल्यू की है? दुनिया की वाहिद खारी बीड़, खारी ग्रंथ साहब वो इस जगह के उत्ते रखी हुई सी। भाई बनू जी को जो गुरु महाराज ने लाहौर भेजा सी गुरु ग्रंथ साहब की जिल्द बनवाने वास्ते, तो लेट आए सन तो उन्होंने की किया सी, वो जी गुरु ग्रंथ सी वो बाणी एक कॉपी जी कराई सी वो इस जगह पर लिया के रखी सी। कानपुर जी फैमिली है जिन्हों को इस नाम का गुरु घर उत्थे वे भाई बनू जी के नाम के उत्ते उत्थे साढ़े कोल मांगड़ के नाम के उत्ते 2-3 वड्डे गुरुद्वारे ने, जिहदे लाहौर वाला गुरुद्वारा तो खत्म हो गया, लेकिन स्टाफ का नाम अज भी अगर तुम साउथ लाहौर दे जाते हो तो उत्थे बोलदा नाम स्टाफ का नाम की जी गुलबर्ग 2 दे चले जाओ तो आखिरी स्टाफ का नाम है गुरु मांगट। गुरु मांगट यह शहर का नाम मांगट है। मांगट जिन्हों का भी सरनेम है तमाम लोग इस जगह तो बिलोंग करते हैं।
ਸਿਰਫ ਇਹਦੇ ਤੇ 골ਡ ਨਹੀਂ ਚੜਿਆ ਜਿਹਦੀ ਵਜ੍ਹਾ ਨਾਲ ਤੁਸੀਂ ਪਹਿਚਾਨ ਨਹੀਂ ਪਾ ਰਹੇ ਹੋ। ਅਗਰ ਇਹਦੇ ਤੇ ਤੁਸੀਂ ਇਹਨੂੰ 골ਡ ਕਰਕੇ ਤੇ ਉਸ ਤੋਂ ਬਾਅਦ ਦੇਖੋ ਤਾਂ ਤੁਹਾਨੂੰ ਬਿਲਕੁਲ ਉਹੀ ਚੀਜ਼ ਨਜ਼ਰ ਆਏਗੀ। ਉਸੇ ਤਰ੍ਹਾਂ ਇਸ ਗੁਰੂ ਘਰ ਦੇ ਅੰਦਰ ਦਾਖਲ ਹੋਣ ਤੋਂ ਪਹਿਲੇ ਬਿਲਕੁਲ ਬਣੀ ਹੋਈ ਹੈ ਇੱਕ ਰਾਹਦਾਰੀ ਹੈ, ਚਾਰੋਂ ਪਾਸੇ ਪਾਣੀ ਦਾ ਸਰੋਵਰ ਹੈ, ਦਰਮਿਆਨ ਦੇ ਵਿੱਚ ਇਸ ਗੁਰੂ ਘਰ ਨੂੰ ਬਣਾਇਆ ਗਿਆ। ਇਹ ਜਿਹੜਾ ਹੁਣ ਤੁਹਾਨੂੰ ਪਾਣੀ ਦਾ ਤਲਾਬ ਨਜ਼ਰ ਆ ਰਿਹਾ ਬਾਹਰ, ਇਹਦੇ ਬਾਹਰਲੇ ਪਾਸੇ ਵੀ 3 ਪਾਸੇ ਜਿਹੜੇ ਨੇ ਉਹ ਸਰੋਵਰ, ਵੱਡੇ ਸਰੋਵਰ ਬਣਾਏ ਗਏ ਸਨ ਔਰ ਇਹਦੇ ਨਾਮ ਤੇ ਪੂਰੀ ਜਾਗੀਰ ਹੈ ਔਰ ਮਰਬਿਆਂ ਦੇ ਹਿਸਾਬ ਨਾਲ ਜਿਹੜੀ ਲੈਂਡ ਹੈ ਉਹਦੇ ਨਾਮ ਦੇ ਉੱਤੇ ਹੋਏ। ਆਰਟ ਦੀ ਗੱਲ ਕਰ ਰਿਹਾ ਸੀ ਕਿ ਸਾਡੇ ਕੋਲ ਆਰਟ ਜਿਹੜਾ ਇਹ 70 ਸਾਲ ਬੰਦ ਰਹਿਣ ਤੋਂ ਬਾਅਦ ਇਗਨੋਰਡ ਏਰੀਆ, ਕਿਸੇ ਨੇ ਇਹਨੂੰ ਦੇਖਭਾਲ ਨਹੀਂ ਕੀਤੀ ਤੇ ਜਿਹੜਾ ਗੁਰੂ ਘਰ ਹੈ ਉਹਦੀ ਇਹ ਹਾਲਤ ਹੈ। ਤੇ ਜੇ ਅਗਰ ਇਹ ਆਬਾਦ ਹੁੰਦਾ, ਜੇਕਰ ਇਹਦੀ ਕਦਰ ਕੀਤੀ ਹੁੰਦੀ, ਕਿਸੇ ਨੇ ਕਿਸੇ ਦੀ ਸੇਵਾ ਸੰਭਾਲ ਕੀਤੀ ਹੁੰਦੀ ਤੇ ਇਹਦਾ ਕੀ ਆਲਮ ਹੋਣਾ ਸੀ। ਗੁਰੂ ਪਿਆਰੀ ਸੰਗਤ ਜੀ, ਇਹਦੇ 2 ਫਲੋਰਾਂ ਦੇ ਉੱਤੇ ਜਿਹੜਾ ਕੰਮ ਹੋਇਆ ਹੈ ਕਿ ਅਗਰ ਮੈਂ 100 ਸਫ਼ੇ ਦੀ ਇੱਕ ਕਿਤਾਬ ਬਣਾਉਣਾ ਚਾਹਾਂ ਤਾਂ ਇਸ ਗੁਰੂ ਘਰ ਦੇ ਉੱਤੇ ਬਣਦੀ ਹੈ। ਇੰਨੀ ਸੋਹਣੀ ਚਿੱਤਰਕਾਰੀ, ਇੰਨੀ ਸੋਹਣੀ ਫੁਲਕਾਰੀ ਤੁਹਾਨੂੰ ਕਿਤੇ ਨਹੀਂ ਮਿਲੇਗੀ। ਈਵਨ ਦੈਨ ਲਾਹੌਰ ਦੇ ਗੁਰਦੁਆਰਿਆਂ 'ਚ ਵੀ ਨਹੀਂ ਹੈ, ਨਨਕਾਣਾ ਸਾਹਿਬ ਵਾਲੇ ਗੁਰਦੁਆਰਿਆਂ 'ਚ ਵੀ ਨਹੀਂ ਹੈ, ਲੇਕਿਨ ਇਹਦੇ ਅੰਦਰ ਬਹੁਤ ਹੀ ਖੂਬਸੂਰਤੀ ਨਾਲ ਕੰਮ ਕੀਤਾ ਹੋਇਆ। ਲੇਕਿਨ ਮਹਾਨਤਾ ਨੇ ਆਪਣੇ ਕਾਰਨਾਮੇ ਇੱਥੇ ਵੀ ਨਹੀਂ ਸੀ ਛੱਡੇ। ਅਗਰ ਗੁਰੂ ਘਰ ਦੀ ਬਾਹਰਲੀ ਦੀਵਾਰ ਤੇ ਦੇਖੋ, ਰਾਮਲੀਲਾ, ਰਾਸ ਲੀਲਾ, ਰਾਜ ਲੀਲਾ ਦੀਆਂ ਜਗ੍ਹਾ ਜਗ੍ਹਾ ਤਸਵੀਰਾਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ, ਲੇਕਿਨ ਬਹੁਤ ਧੁੰਦਲੀਆਂ ਨੇ, ਹੁਣ ਉਹ ਇੰਨੀਆਂ ਖਾਸ ਨਹੀਂ ਨਜ਼ਰ ਆਉਂਦੀਆਂ। ਲੇਕਿਨ ਅੰਦਰ ਜਿਹੜੇ ਸ਼ਬਦ ਲਿਖੇ ਹੋਏ ਨੇ ਹੱਥ ਦੇ ਨਾਲ, ਉਹ ਬੜੀ ਖੂਬਸੂਰਤੀ ਨਾਲ ਲਿਖੇ ਹੋਏ। ਗੁਰਦੁਆਰਾ ਮਾਈਆਂ ਸਾਹਿਬ, ਮੰਡੀ ਬਾਬਾਦੀਨ, ਇੱਥੇ ਦੀ ਤਾਰੀਖ ਜਿਹੜੀ ਹੈ ਸ਼ਾਇਦ ਕੁਝ ਲੋਕ ਇਹਨੂੰ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ ਨੇ। ਮੈਂ ਕਾਫੀ ਜਗ੍ਹਾ ਦੇ ਉੱਤੇ ਇਸ ਬਾਰੇ ਗੱਲ ਵੀ ਕੀਤੀ ਹੈ ਤੇ ਲੋਕ ਇਹੀ ਕਹਿੰਦੇ ਨੇ, ਕਿਉਂਕਿ ਲੋਕਲ ਉੱਥੇ ਦੇ ਲੋਕ ਜਿਹੜੇ ਨੇ ਇਹਨੂੰ ਗੁਰਦੁਆਰਾ ਮਾਈਆਂ ਸਾਹਿਬ ਕਹਿੰਦੇ ਨੇ। ਮੈਂ ਪੁੱਛਿਆ ਇਹਨੂੰ ਗੁਰਦੁਆਰਾ ਮਾਈਆਂ ਸਾਹਿਬ ਕਿਉਂ ਕਹਿੰਦੇ ਨੇ? ਉਹਨਾਂ ਨੇ ਕਿਹਾ ਜਿਹੜੀਆਂ ਬਜ਼ੁਰਗ ਔਰਤਾਂ ਸਨ ਸਿੱਖਾਂ ਦੀਆਂ, ਉਹ ਇੱਥੇ ਬੈਠ ਕੇ ਆਪਣੀ ਕਿਤਾਬ ਪੜ੍ਹਦੇ ਸੀ, ਯਾਨੀ ਕਿ ਗੁਟਕੇ ਪੜ੍ਹੇ ਜਾਂਦੇ ਸੀ ਉੱਥੇ। ਲੇਕਿਨ ਪਰ ਫਿਰ ਵੀ ਇਹ ਫਾਈਨਲਾਈਜ਼ ਨਹੀਂ ਹੈ, ਲੇਕਿਨ ਗੁਰਦੁਆਰਾ ਮਾਈਆਂ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਔਰ ਮੰਡੀ ਬਾਬਾਦੀਨ ਦੇ ਅੰਦਰ ਹੈ। ਗੁਰਦੁਆਰਾ ਗੁਰੂ ਸਿੰਘ ਸਭਾ ਭੇਰਾ ਸਿਟੀ, ਇਹ ਉਹ ਵਾਹਿਦ ਗੁਰੂ ਘਰ ਹੈ ਜਿਹੜਾ 47 ਦੇ ਵਿੱਚ ਤਿਆਰ ਹੁੰਦਾ ਹੈ। ਪਹਿਲਾ ਪ੍ਰਕਾਸ਼ ਵੀ ਨਹੀਂ ਹੋ ਪਾਉਂਦਾ ਔਰ ਪੰਜਾਬ ਦੀ ਵੰਡ ਹੋ ਜਾਂਦੀ ਹੈ, 47 ਆ ਜਾਂਦਾ ਔਰ ਇਹ ਗੁਰੂ ਘਰ ਜਿਹੜਾ ਸੰਤਾਂ ਤੋਂ ਦਿਨਾਂ ਪਹਿਲੇ ਦੀਵਾਨ ਸਜੇ ਹੀ ਵਿਛੜ ਜਾਂਦਾ। ਮੈਂ ਕਹਾਂਗਾ ਕਿ ਇਹਨੂੰ ਦੇਖ ਕੇ ਇੱਕ ਵਾਰੀ ਬੰਦਾ